Hello students, this is Dr. Amit Juneja, lecturer economics, Shahid Balwinder Singh Government Senior Secondary Smart School, Sabuana, District Fazilka। ਤਾਂ ਮੈਂ ਤੁਹਾਡੇ ਸਾਰਿਆਂ ਦਾ ਸਵਾਗਤ ਕਰਦਾ ਅੱਜ ਦੇ ਇਸ ਲੈਕਚਰ ਦੇ ਵਿੱਚ। ਤਾਂ ਆਪਣਾ ਜੋ ਅੱਜ ਦਾ ਲੈਕਚਰ ਹੈ ਉਹ ਆਪਣੇ ਪਿਛਲੇ ਲੈਕਚਰ ਦਾ ਹੀ ਅਗਲਾ ਭਾਗ ਜਿਹੜਾ ਆਪਾਂ ਨੂੰ ਕਹਿ ਸਕਦੇ ਹਾਂ। ਤਾਂ ਆਪਾਂ ਆਪਣੇ ਪਿਛਲੇ ਲੈਕਚਰ ਦੇ ਵਿੱਚ ਉਤਪਾਦਨ ਬਾਰੇ ਜਾਣਕਾਰੀ ਪ੍ਰਾਪਤ ਕੀਤੀ ਸੀ ਕਿ ਉਤਪਾਦਨ ਕੀ ਚੀਜ਼ ਹੁੰਦਾ ਹੈ। नंबर 2 ਆਪਾਂ ਗੱਲ ਕੀਤੀ ਸੀ ਉਤਪਾਦਨ ਫਲਨ ਦੀ ਵੀ ਉਤਪਾਦਨ ਫਲਨ ਜਿਹੜਾ ਉਹ ਕੀ ਚੀਜ਼ ਹੁੰਦਾ ਹੈ। ਸਭ ਤੋਂ ਪਹਿਲਾਂ ਆਪਾਂ ਉਤਪਾਦਨ ਤੇ ਫਲਨ ਦੋਨਾਂ ਦਾ ਅਲੱਗ-ਅਲੱਗ ਮੀਨਿੰਗ ਕੀਤਾ, ਫਿਰ ਆਪਾਂ ਫਲਨ ਦੀਆਂ ਕਿਸਮਾਂ ਕੀਤੀਆਂ ਕਿ ਫਲਨ ਜਿਹੜਾ ਹੈ ਉਹ ਦੋ ਤਰ੍ਹਾਂ ਦਾ ਹੁੰਦਾ ਹੈ। ਇੱਕ ਹੁੰਦਾ ਹੈ ਜਿਹਨੂੰ ਆਪਾਂ ਕਹਿੰਦੇ ਆ ਆਰਥਿਕ ਫਲਨ, ਜਿਹਨੂੰ ਇੱਕ ਅਰਥ ਸ਼ਾਸਤਰੀ ਐਕਸਪਲੇਨ ਕਰ ਸਕਦਾ ਹੈ। ਇੱਕ ਹੁੰਦਾ ਹੈ ਤਕਨੀਕੀ ਫਲਨ, ਜਿਹਨੂੰ ਇੱਕ ਟੈਕਨੀਕਲ ਐਕਸਪਰਟ ਜਿਹੜਾ ਉਹ ਐਕਸਪਲੇਨ ਕਰੇਗਾ। ਤਾਂ ਆਪਾਂ ਕਿਹਾ ਵੀ ਜਿਹੜਾ ਉਤਪਾਦਨ ਫਲਨ ਹੈ ਉਹ ਕੋਈ ਆਰਥਿਕ ਫਲਨ ਨਹੀਂ ਹੈਗਾ, ਕਿਉਂਕਿ ਕਿੰਨਾ ਕੱਚਾ ਮਾਲ ਵਰਤ ਕੇ ਕਿੰਨੀਆਂ ਚੀਜ਼ਾਂ ਬਣਨਗੀਆਂ ਇਹ ਦੱਸਣਾ ਇੱਕ ਅਰਥ ਸ਼ਾਸਤਰੀ ਦਾ ਕੰਮ ਨਹੀਂ ਹੈਗਾ। ਇਹ ਉਸ ਫੀਲਡ ਦਾ ਜਿਹੜਾ ਐਕਸਪਰਟ ਆਦਮੀ ਹੈ ਉਹ ਹੀ ਦੱਸ ਸਕਦਾ ਹੈ ਵੀ ਅਗਰ ਮੰਨ ਲਓ ਆਪਾਂ ਕਹੀਏ ਵੀ ਆਪਾਂ ਆਪਣੇ 9 ਬੰਦਿਆਂ ਵਾਸਤੇ ਘਰ ਦੇ ਵਿੱਚ ਆਪਾਂ ਦਾਲ ਬਣਾਣੀ ਹੈ ਤਾਂ ਆਪਾਂ ਨੂੰ ਕਿੰਨੇ ਕੜਛੀਆਂ ਦਾਲ ਦੀ ਲੋੜ ਪਏਗੀ, ਉਹਦੇ ਆਪਾਂ ਕਿੰਨੇ ਪਿਆਜ਼ ਪਾਣੇ ਆ, ਕਿੰਨਾ ਉਹਦੇ ਵਿੱਚ ਨਮਕ ਪਾਣਾ ਹੈ, ਕਿੰਨਾ ਮਿਰਚਾਂ ਪਾਣੀਆਂ ਨੇ, ਕਿੰਨੀ ਉਹਦੇ ਵਿੱਚ ਹਲਦੀ ਪਾਣੀ ਹੈ। ਇੱਕ ਅਰਥ ਸ਼ਾਸਤਰੀ ਨਹੀਂ ਦੱਸ ਸਕਦਾ। ਕੌਣ ਦੱਸੇਗਾ? ਜਿਹਨੂੰ ਉਹ ਦਾਲ ਬਣਾਣੀ ਬੜੀ ਚੰਗੇ ਤਰੀਕੇ ਨਾਲ ਆਉਂਦੀ ਹੈ ਨਾ ਉਹੀ ਬੰਦਾ ਉਹਨੂੰ ਦੱਸ ਸਕਦਾ ਹੈ। ਤਾਂ ਜਿਹੜਾ ਉਤਪਾਦਨ ਫਲਨ ਹੈ ਉਹ ਕੀ ਹੈ? ਉਹ ਇੱਕ ਤਰ੍ਹਾਂ ਦਾ ਤਕਨੀਕੀ ਫਲਨ ਹੈ, ਉਹ ਆਰਥਿਕ ਫਲਨ ਨਹੀਂ ਹੈ। ਦੂਸਰੀ ਗੱਲ ਆਪਾਂ ਹੁਣ ਅੱਜ ਗੱਲ ਕਰਦੇ ਹਾਂ ਜਿਹੜਾ ਉਤਪਾਦਨ ਫਲਨ ਹੈ ਇਹ ਕੀ ਕਰਦਾ ਹੈ। ਇਹ ਉਤਪਾਦਨ ਜਿਹੜਾ ਕੀ ਹੋ ਗਿਆ ਆਪਣਾ ਨਿਰਭਰ ਚਰ ਹੋ ਗਿਆ, ਸਾਹਮਣੇ ਆਪਾਂ ਲਿਖ ਦਾਂਗੇ ਫਲਨ, ਠੀਕ ਹੈ। ਤਾਂ ਹੁਣ ਇੱਧਰ ਜੋ ਵੀ ਆਪਾਂ ਚਰ ਲਿਖਾਂਗੇ, ਠੀਕ ਹੈ, ਉਹ ਕੀ ਹੋਣਗੇ? ਉਹ ਸਾਰੇ ਦੇ ਸਾਰੇ ਜਿਹੜੇ ਨੇ ਉਹ ਆਪਣੇ ਸੁਤੰਤਰ ਚਰ ਹੋਣਗੇ। ਸੁਤੰਤਰ ਚਰ ਕਿਹੜੇ? ਜਿਹੜੇ ਉਤਪਾਦਨ ਦੀ ਮਾਤਰਾ ਨੂੰ ਪ੍ਰਭਾਵਿਤ ਕਰਨਗੇ, ਮਤਲਬ ਉਤਪਾਦਨ ਕਿੰਨਾ ਹੋਏਗਾ ਇਸ ਚੀਜ਼ ਨੂੰ ਜਿਹੜਾ ਉਹ ਪ੍ਰਭਾਵਿਤ ਕਰਨਗੇ। ਯਾਨੀ ਉਹ ਜਿਹੜੇ ਉਤਪਾਦਨ ਦੇ ਪ੍ਰਭਾਵਿਤ ਕਰਨ ਵਾਲੇ ਤੱਤ ਜਾਂ ਜਿਹੜੇ ਸੁਤੰਤਰ ਚਰ ਨੇ ਜਿਹੜੇ ਮੈਂ ਇੱਧਰ ਲਿਖਣ ਜਾ ਰਿਹਾ ਉਹ ਕੀ ਨੇ? ਉਹ ਇੱਕ ਹੁੰਦਾ ਹੈ ਜਿਹਨੂੰ ਆਪਾਂ ਕਹਿੰਦੇ ਆ ਭੂਮੀ, ਠੀਕ ਹੈ। दूसरा है पूंजी, तीसरा है मजदूर ते चौथा है उद्यम। ਇਹ ਜਿਹੜੇ ਚਾਰ ਨੇ ਨਾ ਇਹ ਚਾਰ ਹੈਗੇ ਸੁਤੰਤਰ ਚਰ ਨੇ, ਪਰ ਇਹ ਚਾਰਾਂ ਨੂੰ ਮੈਂ ਕੀ ਕਹਿ ਸਕਦਾ? ਮੈਂ ਇਹਨਾਂ ਨੂੰ ਕਹਾਂਗਾ ਉਤਪਾਦਨ ਦੇ ਸਾਧਨ, ਠੀਕ ਹੈ। ਹੁਣ ਇਹ ਚਾਰੋਂ ਕੀ ਨੇ? ਉਤਪਾਦਨ ਦੇ ਸਾਧਨ ਨੇ। ਉਤਪਾਦਨ ਦੇ ਸਾਧਨ ਕਿੰਨੇ ਹੁੰਦੇ ਨੇ? 4, ਭੂਮੀ, ਪੂੰਜੀ, ਮਜ਼ਦੂਰ, ਉਦਮ। ਹੁਣ ਇਹ ਚਾਰ ਕੀ ਨੇ? ਇਹਨੂੰ ਆਪਾਂ ਉਤਪਾਦਨ ਦੇ ਸਾਧਨ ਕਿਉਂ ਕਹਿੰਦੇ ਆ? ਕਿਉਂਕਿ ਇਹ ਉਹ ਚੀਜ਼ਾਂ ਨੇ ਜਿਹੜੀਆਂ ਕੀ ਕਰਦੀਆਂ ਨੇ ਇਸ ਗੱਲ ਨੂੰ ਡਿਸਾਈਡ ਕਰਦੀਆਂ ਨੇ ਕਿ ਉਤਪਾਦਨ ਦੀ ਮਾਤਰਾ ਕਿੰਨੀ ਹੋਏਗੀ। ਮਤਲਬ ਅਗਰ ਆਪਾਂ ਉਤਪਾਦਨ ਕਰਾਣਾ ਹੈ ਤਾਂ ਆਪਾਂ ਨੂੰ ਭੂਮੀਪਤੀ ਕੋਲ ਭੂਮੀ ਲੈਣੀ ਪਏਗੀ, ਜਿੰਦੇ ਕੋਲ ਪੈਸਾ ਪਿਆ ਉਹਦੇ ਕੋਲ ਪੈਸਾ ਲੈਣਾ ਪਏਗਾ, ਮਜ਼ਦੂਰ ਨੂੰ ਕਹਿਣਾ ਪਏਗਾ ਮਜ਼ਦੂਰੀ ਦੇ। ਉਦਮ ਕਰਤਾ ਕੌਣ ਹੋਏਗਾ? ਇੱਕ ਐਜਾ ਵਿਅਕਤੀ ਹੋਏਗਾ ਜਿਹੜਾ ਕੀ ਕਰੇਗਾ? ਇਹਨਾਂ ਸਾਰਿਆਂ ਕੋਲੋਂ ਕੰਮ ਲਏਗਾ, ਕੰਮ ਲੈ ਕੇ ਚੀਜ਼ਾਂ ਬਣਾਏਗਾ, ਉਹਨੂੰ ਬਾਜ਼ਾਰ ਦੇ ਵਿੱਚ ਵੇਚੇਗਾ। ਕਿਸ ਵਾਸਤੇ? ਜ਼ਿਆਦਾ ਤੋਂ ਜ਼ਿਆਦਾ ਲਾਭ ਕਮਾਉਣ ਵਾਸਤੇ। ਇਹਦਾ ਉਦੇਸ਼ ਜਿਹੜਾ ਹੈ ਉਹ ਲਾਭ ਕਮਾਉਣਾ ਹੁੰਦਾ ਹੈ। ਮਤਲਬ ਆਪਣੇ ਉਤਪਾਦਨ ਕਿੰਨਾ ਹੋਏਗਾ ਉਹ ਇਸ ਗੱਲ ਤੇ ਨਿਰਭਰ ਕਰਦਾ ਹੈ ਵੀ ਭੂਮੀ, ਪੂੰਜੀ, ਮਜ਼ਦੂਰ, ਉਦਮ ਜਿਹੜੇ ਨੇ ਉਹ ਆਪਾਂ ਪਹਿਲੀ ਗੱਲ ਕਿੰਨੀ ਮਾਤਰਾ ਦੇ ਵਿੱਚ ਲਾਏ ਹੋਏ ਨੇ। ਪਰ ਸਿਰਫ ਮਾਤਰਾ ਤੇ ਨਿਰਭਰ ਨਹੀਂ ਕਰਦਾ। ਮੰਨ ਲਓ ਮੈਂ ਕਹਾਂ ਕਿ 2 ਮਕਾਨ ਬਣ ਰਹੇ ਨੇ, ਦੋਨਾਂ ਦਾ ਨਕਸ਼ਾ ਜਿਹੜਾ ਬਿਲਕੁਲ ਸੇਮ ਹੈ, ਦੋਨਾਂ ਦਾ ਏਰੀਆ ਜਿਹੜਾ ਬਿਲਕੁਲ ਸੇਮ ਹੈ, ਦੋਨਾਂ 'ਚ ਮਜ਼ਦੂਰ ਵੀ ਬਰਾਬਰ ਲੱਗੇ ਹੋਏ ਨੇ, ਠੀਕ ਹੈ। ਹੁਣ ਤੁਸੀਂ ਕਹੋਗੇ ਬਜਾਏ ਮਤਲਬ ਕੀ ਹੋਏਗਾ? ਦੋਨੋਂ ਮਕਾਨ ਬਰਾਬਰ ਬਣਨਗੇ। ਪਰ ਅਗਰ ਇੱਕ ਮਕਾਨ ਨੂੰ ਬਣਾਉਣ ਵਾਸਤੇ ਜਿਹੜੇ ਮਜ਼ਦੂਰ ਨੇ ਉਹ ਜ਼ਿਆਦਾ ਵਧੀਆ ਨੇ, ਦੂਜੇ ਦੇ ਘੱਟ ਵਧੀਆ ਨੇ, ਹੁਣ ਨੰਬਰ ਉਨਾ ਹੀ ਹੈ। ਉਧਰ ਵੀ 20 ਮਜ਼ਦੂਰ ਲੱਗੇ ਨੇ, ਉਧਰ ਵੀ 20 ਮਜ਼ਦੂਰ ਲੱਗੇ ਨੇ, ਪਰ ਪਹਿਲੇ 20 ਮਜ਼ਦੂਰ ਜਿਹੜੇ ਨੇ ਬੜੇ ਕਾਬਲ ਨੇ, ਦੂਜੇ 20 ਮਜ਼ਦੂਰ ਜਿਹੜੇ ਨੇ ਓਡੇ ਕਾਬਲ ਨਹੀਂ ਹੈਗੇ। ਤਾਂ ਫਿਰ ਦੂਜਾ ਮਕਾਨ ਲੇਟ ਬਣੇਗਾ। ਮਤਲਬ ਦੂਜੇ ਮਕਾਨ ਦਾ ਉਤਪਾਦਨ ਜਿਹੜਾ ਉਹ ਕੀ ਹੋਏਗਾ? ਘੱਟ ਹੋਏਗਾ। ਕਹਿੰਦਾ ਮਤਲਬ ਕੀ ਹੈ ਵੀ ਜਿਹੜਾ ਉਤਪਾਦਨ ਹੋਏਗਾ ਉਹ ਸਿਰਫ ਇਸ ਗੱਲ ਤੇ ਨਿਰਭਰ ਨਹੀਂ ਕਰਦਾ ਵੀ ਉਤਪਾਦਨ ਦੇ ਸਾਧਨ ਜਿਹੜੇ ਨੇ ਉਹ ਕਿੰਨੀ ਮਾਤਰਾ ਦੇ ਵਿੱਚ ਲੱਗੇ ਹੋਏ ਨੇ, ਬਲਕਿ ਇਸ ਗੱਲ ਤੇ ਵੀ ਨਿਰਭਰ ਕਰਦਾ ਹੈ ਵੀ ਉਹ ਸਾਧਨ ਜਿਹੜੇ ਨੇ ਉਹ ਕਿੰਨੇ ਜ਼ਿਆਦਾ ਕਾਬਿਲ ਨੇ, ਕਿੰਨੇ ਜ਼ਿਆਦਾ ਚੰਗੇ ਨੇ।
मतलब मान लो ਆਪਾਂ ਕੀ ਵੀ ਜ਼ਮੀਨ ਦੀ ਗੱਲ ਕਰੀਏ, ਹੁਣ ਆਪਾਂ ਕਹੀ ਵੀ ਇੱਕ ਬੰਦੇ ਕੋਲ 5 ਕਿੱਲੇ ਜ਼ਮੀਨ ਹੈ, ਦੂਜੇ ਕੋਲ ਵੀ 5 ਕਿੱਲੇ ਜ਼ਮੀਨ ਹੈ, ਤਾਂ ਦੋਨਾਂ ਦੇ ਉਤਪਾਦਨ ਬਰਾਬਰ ਹੋਏਗਾ। ਹੋ ਸਕਦਾ ਇੱਕ ਜਿਹੜੀ ਜ਼ਮੀਨ ਹੈ ਉਹ ਜ਼ਿਆਦਾ ਉਪਜਾਊ ਹੋਵੇ, ਦੂਜੀ ਘੱਟ ਉਪਜਾਊ ਹੋਵੇ। ਮਤਲਬ ਸਿਰਫ ਮਾਤਰਾ ਤੇ ਉਤਪਾਦਨ ਨਿਰਭਰ ਨਹੀਂ ਕਰਦਾ, ਉਹਨਾਂ ਦੀ ਜਿਹੜੀ ਕੁਆਲਿਟੀ ਹੈ, ਗੁਣਵੱਤਾ ਹੈ, ਉਹਦੇ ਉੱਪਰ ਵੀ ਨਿਰਭਰ ਕਰਦਾ ਹੈ। ਤਾਂ ਇੱਕ ਤਾਂ ਉਤਪਾਦਨ ਨਿਰਭਰ ਕਰਦਾ ਹੈ ਉਤਪਾਦਨ ਦੇ ਸਾਧਨਾਂ ਤੇ, ਇੱਕ ਹੁੰਦੇ ਨੇ ਜਿਹਨੂੰ ਆਪਾਂ ਕਹਿੰਦੇ ਆ ਗੈਰ ਸਾਧਨ। मतलब ਇਹ ਕੀ ਨੇ? ਉਤਪਾਦਨ ਦੇ ਗੈਰ ਸਾਧਨ ਨੇ। ਗੈਰ ਸਾਧਨਾਂ ਦੇ ਵਿੱਚ ਆਪਾਂ ਮੇਨਲੀ ਕੀ ਲੈ ਲੈਂਦੇ ਆ, ਆਪਾਂ ਉਹਦੇ ਵਿੱਚ ਕੱਚਾ ਮਾਲ ਜਿਹੜਾ ਹੈ ਉਹ ਲੈ ਲੈਂਦੇ ਆ। ਠੀਕ ਹੈ, ਤੇ ਜਿਹੜਾ ਕੱਚਾ ਮਾਲ ਹੈ ਉਹ ਕੀ ਹੈ? ਉਹ ਉਤਪਾਦਨ ਦਾ ਗੈਰ ਸਾਧਨ ਹੈ। ਜਿਹੜੇ ਭੂਮੀ, ਪੂੰਜੀ, ਮਜ਼ਦੂਰ, ਉਦਮ ਨੇ, ਇਹ ਕੀ ਨੇ? ਇਹ ਉਤਪਾਦਨ ਦੇ ਸਾਧਨ ਨੇ। ਤਾਂ ਉਤਪਾਦਨ ਜਿਹੜਾ ਹੈ ਉਹ ਕੀ ਹੈ? ਉਹ ਇੱਕ ਫਲਨ ਹੈ। किस तरह का फलन है? आप उस दिन गल कीती सी। तां किस तरह का फलन है? तकनीकी फलन है। किस चीज का? उत्पादन दे साधना दा ते उत्पादन दे गैर साधना दा। मतलब उत्पादन तो आपां नूं ये पता लगेगा, उत्पादन फलन तो आपां नूं ये पता लगेगा भी जेकर मान लो भूमि, पूंजी, मजदूर, उद्यम, कच्चा माल अगर इन्हां दी मात्रा दे विच या इन्हां दी क्वालिटी दे विच कोई बदलाव आंदा है तां की होएगा? उत्पादन दे विच जिहड़ा है वो किन्ना बदलाव होएगा। तां उत्पादन की कर रहा है? वो अपनी निर्भरता शो कर रहा है किन्ना दे उपर? ये जिहड़े उत्पादन दे साधन ते उत्पादन दे गैर साधन ने, जो कि अपने आप दे विच एक स्वतंत्र चर ने, उन्हां स्वतंत्र चरां दे उपर अपनी निर्भरता जिहड़ी है वो दिखा रहा है। यानी अगर इन्हां स्वतंत्र चरां दे विच कोई बदलाव आया, यानी कि भूमि बदली, पूंजी बदली, मजदूर बदले, उद्यम बदलिया, कच्चा माल बदलिया, जे इन्हां च किसी तरह का कोई बदलाव आ गया ना, तो की होना है? उत्पादन च बदलाव आएगा ही आएगा। यानी हुण सोचो भी इन्हां दा ते इंदा की होएगा? संबंध सीधा के विपरीत। सोच के देखो, जिवें कीमत दा ते मंग दा संबंध की सी? विपरीत सी ना। इनका संबंध देखो की होएगा? सीधा होएगा। मतलब जे तुसी उत्पादन दे साधन पहला नालों वधा दिंदे हो, उत्पादन दे गैर साधन पहला नालों वधा दिंदे हो, तो की होएगा? तुहाडे उत्पादन दी मात्रा वध जाएगी। जे ए घट गए तो उत्पादन की होना है? घट जाना है। हुण देखो, ए वधे तो ए वधिया, ए घटे तो ए घटिया, इको पासे गए। जदों इको पासे जाणगे तो की होएगा? दोनों दे विच सीधा संबंध जिहड़ा है वो पाया जाएगा। तो आपां कह सकते हैं कि उत्पादन दे साधन ते गैर साधन ते उत्पादन दी मात्रा दे विच की हुंदा है? सीधा संबंध जिहड़ा है वो पाया जाता है। ठीक हो गया? यानी हुण आपको एक चीज तो क्लियर होगी भी उत्पादन फलन जिहड़ा है ना, ये की करदा है? ये उत्पादन दे साधन ते गैर साधन दे विच की करदा है? फलनात्मक संबंध दिखांदा है। जिंदे च की होएगा? अगर आपां उत्पादन दे साधन बदल दिंदे आ तो की होएगा? उत्पादन दी मात्रा भी बदल जाएगी। हुण जिहड़े उत्पादन दे साधनां नूं बदलना या ना बदलना, वो किस गल ते निर्भर करदा है? वो करदा है समा अवधि ते। ठीक है, यानी हुण देखो समा अवधि ना वैसे हुंदी है 4 तरह दी। ठीक, पर आपां गल करांगे सिर्फ 2 तरह दी। एक हुंदी है उन्होंने आपां कहंदे आ अल्पकाल। ठीक है, वैसे 4 तरह दी हुंदी है। समा अवधि नूं आपां 4 तरीके नाल डिफाइन कर सकदे आ। अगर आपां डिफाइन करना है, चलो मैं थोड़ा आइडिया दे देना तुहानू इस चीज दा। ठीक है, बाद च आपां की करांगे? 4 दे आपां 2 कर लांगे। एक हुंदा है उन्होंने आपां कहंदे आ अति अल्पकाल। एक हुंदा है उन्होंने आपां कहंदे आ अल्पकाल। एक हुंदा है उन्होंने आपां कहंदे आ दीर्घकाल। एक हुंदा है उन्होंने आपां कहंदे आ अति दीर्घकाल। ठीक है, काल मतलब समा। वो कहंदा है अति अल्पकाल। अति अति मतलब बहुत घट समा। अति अल्प, अति मतलब बहुत, अल्प मतलब घट, काल मतलब समा, बहुत घट समा। देखो की होएगा भी जिन्ने भी उत्पादन दे साधन इस टाइम दे विच होणगे ना, आपां उन्हां नूं बदलना चाहते हैं ताकि आपां की कर सकीए? उत्पादन नूं बदल सकीए। पर कहंदा है तुहाडे कोल जिहड़ा समा है वो इन्ना को ज्यादा घट है भी तुसी कोई भी उत्पादन दा साधन बदल ही नहीं सकते। समझ लगी? जिवें सपोज करो भी तुहाडे स्कूल दे विच ना एक कैंटीन है,
ਤਾਂ ਤੁਸੀਂ ਆਦੇ ਸਕੂਲ ਦੀ ਕੈਂਟੀਨ ਤੇ ਗਏ, ਤੁਸੀਂ ਕਹ ਲਓ ਜੀ ਅੱਜ ਹੈਗਾ ਮੇਰਾ ਹੈਪੀ ਬਰਥਡੇ, ਤਾਂ ਮੈਂ ਸਕੂਲ ਦੇ ਜਿਹੜੇ ਮੇਰੀ ਕਲਾਸ ਦੇ ਬੱਚੇ ਹੈ ਮੈਂ ਉਹਨਾਂ ਨੂੰ ਪਾਰਟੀ ਦੇਣੀ ਹੈ, ਉਹਦੇ ਵਾਸਤੇ ਮੈਨੂੰ ਚਾਹੀਦੇ ਨੇ 버ਗਰ। ਤਾਂ ਮੈਨੂੰ ਕਲਾਸ ਦੇ ਵਿੱਚ 40 ਬੱਚੇ ਹੈ, 40 ਬੱਚਿਆਂ ਵਾਸਤੇ ਮੈਨੂੰ 40 버ਗਰ ਚਾਹੀਦੇ ਨੇ। ਤੁਹਾਡਾ ਤੇ ਉਹ ਜਿਹੜਾ ਕੈਂਟੀਨ ਵਾਲਾ ਹੈ ਉਹਨੇ ਪੁੱਛਿਆ ਕਦੋਂ ਚਾਹੀਦੇ ਨੇ, ਤੁਸੀਂ ਕਹਾ ਹੁਣੇ, ਮੈਂ ਵੇ ਉਡੀਕਦੇ ਪਏ ਨੇ ਮੈਨੂੰ। ਉਹ ਕਹਿੰਦਾ ਭਾਈ ਸਾਹਿਬ ਮੇਰੇ ਕੋਲ 40 버ਗਰ ਐਵੇਂ ਤਿਆਰ ਨਹੀਂ ਪਏ, ਮੇਰੇ ਕੋਲ ਤਾਂ ਖਾਲੀ ਪਏ ਨੇ 버ਗਰ 25 ਲੈਣੇ ਨੇ, ਤਾਂ ਮੈਂ ਹੁਣੇ ਦੇ ਸਕਦਾ। ਯਾਨੀ ਹੁਣ ਸੋਚੋ, ਤੁਸੀਂ ਕਹ ਬਣਾ ਦੇ, ਉਹ ਕਹੇਗਾ ਇੰਨੀ ਜਲਦੀ ਥੋੜੀ ਬਣਨਗੇ, ਹੁਣ ਨਹੀਂ ਬਣ ਸਕਦੇ ਇਸ ਟਾਈਮ, 25 ਹੈਗੇ ਨੇ 25 ਲੈ ਜਾ। ਯਾਨੀ ਤੁਹਾਡੇ ਜਿਹੜਾ ਕੈਂਟੀਨ ਵਾਲਾ ਹੈ ਜੋ ਕਿ ਉਸ 버ਗਰ ਦਾ ਉਤਪਾਦਕ ਹੈ, ਉਹਦੇ ਕੋਲ ਟਾਈਮ ਇੰਨਾ ਘੱਟ ਸੀ ਕਿ ਉਹ ਕੋਈ ਵੀ ਉਤਪਾਦਨ ਦਾ ਸਾਧਨ ਨਹੀਂ ਬਦਲ ਪਾਇਆ, ਮਤਲਬ ਉਹ ਉਤਪਾਦਨ ਵੀ ਨਹੀਂ ਬਦਲ ਪਾਏਗਾ। ਮਤਲਬ ਅਤੀ ਅਲਪਕਾਲ ਚ ਕੀ ਹੋਏਗਾ, ਜਿੰਨੇ ਵੀ ਉਤਪਾਦਨ ਦੇ ਸਾਧਨ ਜਾਂ ਗੈਰ ਸਾਧਨ ਹੋਣਗੇ ਉਹ ਸਾਰੇ ਦੇ ਸਾਰੇ ਕੀ ਹੋਣਗੇ, ਸਥਿਰ ਹੋਣਗੇ। ਸਥਿਰ ਸਾਧਨ ਮਤਲਬ ਇਹ ਜੇ ਸਾਧਨ ਜਿਹੜੇ ਸਥਿਰ ਨੇ, ਇਹ ਜੇ ਸਾਧਨ ਜਿਹਨੂੰ ਆਪਾਂ ਬਦਲ ਨਹੀਂ ਸਕਦੇ, ਕੋਈ ਬਦਲਾਵ ਨਹੀਂ ਲਿਆ ਸਕਦੇ, ਉਹ ਸਥਿਰ ਸਾਧਨ। ਠੀਕ ਹੈ, ਐਗਜ਼ਾਮਪਲ ਨੰਬਰ 2 ਲੈ ਲੈਣੇ। ਕਹਿੰਦਾ ਹੁਣ ਅਲਪਕਾਲ, ਯਾਨੀ ਹੁਣ ਟਾਈਮ ਥੋੜਾ ਹੈ ਪਰ ਬਹੁਤ ਥੋੜਾ ਨਹੀਂ ਹੈਗਾ। ਤੁਸੀਂ ਗਏ ਫਸਟ ਪੀਰੀਅਡ ਦੇ ਵਿੱਚ ਉਹਨੂੰ ਕਹਿਣ ਵੀ ਅੱਜ ਮੇਰਾ ਹੈਪੀ ਬਰਥਡੇ ਹੈ, ਠੀਕ ਹੈ, ਮੈਂ ਜਿਹੜਾ ਹੈ ਉਹ ਆਦੇ ਕਲਾਸ ਦੇ ਬੱਚਿਆਂ ਨੂੰ ਪਾਰਟੀ ਦੇਣੀ ਹੈ, ਮੈਨੂੰ ਉਹਦੇ ਵਾਸਤੇ 40 버ਗਰ ਚਾਹੀਦੇ ਨੇ। ਉਹ ਕਹੇਗਾ ਕਦੋਂ ਚਾਹੀਦੇ ਨੇ, ਤੁਸੀਂ ਕਿਹਾ ਕਰੀ ਯਾਰ ਰਿਸੈਸ ਤੇ ਦੇਣੀ। ਹੁਣ ਤੁਸੀਂ ਪਹਿਲੇ ਪੀਰੀਅਡ 'ਚ ਗਏ ਹੋ ਤੇ ਉਹਦੇ ਕੋਲ ਤੁਸੀਂ ਰਿਸੈਸ 'ਚ ਮੰਗਦੇ ਪਿਓ, ਮਤਲਬ ਉਹ ਤੁਸੀਂ ਮੰਨ ਲਓ ਅਪਰੋਕਸੀਮੇਟਲੀ 4 ਪੀਰੀਅਡ ਦਾ ਟਾਈਮ ਦੇ ਦਿੱਤਾ, ਮਤਲਬ 3 ਘੰਟੇ ਦਾ ਟਾਈਮ ਦੇ ਦਿੱਤਾ। ਉਹ ਕਹਿੰਦੇ ਦੇਖੋ ਜੀ ਆਪਾਂ ਬੈਠੇ ਆ ਥੋੜਾ ਦੂਰ, ਠੀਕ ਹੈ, ਮੇਰੇ ਕੋਲ 25 버ਗਰ ਤਾਂ ਬਿਲਕੁਲ ਤਿਆਰ ਨੇ, 10 버ਗਰ ਦਾ ਮੇਰੇ ਕੋਲ ਸਮਾਨ ਪਿਆ, ਮਤਲਬ ਮੇਰੇ ਕੋਲ 버ਗਰ ਦੀ ਬ੍ਰੈਡ ਪਈ ਹੈ ਤੇ ਮੇਰੇ ਕੋਲ ਪਨੀਰ ਪਿਆ ਤੇ ਟਮਾਟਰ ਤੇ ਖੀਰਾ ਤੇ ਨੂਡਲਸ ਵਗੈਰਾ ਪਏ ਹੈ, ਮੈਂ 10 ਜਿਹੜੇ 버ਗਰ ਨੇ ਨਾ ਹੋਰ ਤਿਆਰ ਕਰਕੇ ਦੇ ਸਕਦਾ। ਮਤਲਬ ਹੁਣ ਉਹਨੂੰ ਲੱਗਿਆ ਕਿ ਮੈਂ ਹੋਰ ਬਾਜ਼ਾਰ ਜਾ ਕੇ, ਠੀਕ ਹੈ, ਹੁਣ ਮੈਂ ਆਦੀ ਕੈਂਟੀਨ ਛੱਡ ਕੇ ਕਿਵੇਂ ਜਾਵਾਂ, ਮੈਂ ਹੋਰ ਬਾਜ਼ਾਰ ਚੋਂ ਬ੍ਰੈਡ ਲੈ ਕੇ ਆਵਾਂ ਤੇ ਹੋਰ ਮੈਂ ਮਤਲਬ ਪਨੀਰ ਲੈ ਕੇ ਆਵਾਂ ਤੇ ਨੂਡਲਸ ਲੈ ਕੇ ਆਵਾਂ, ਇੰਨਾ ਟਾਈਮ ਨਹੀਂ ਹੈਗਾ। ਟਾਈਮ ਹੈਗਾ ਪਰ ਇੰਨਾ ਵੀ ਨਹੀਂ ਹੈਗਾ ਕਿ ਮੈਂ ਬਿਲਕੁਲ ਸਾਰਾ ਕੁਝ ਹੀ ਬਦਲ ਦੇਵਾਂ। ਉਹ ਕਹੇਗਾ ਦੇਖੋ ਜੀ ਮੈਂ ਕੀ ਕਰ ਸਕਦਾ ਨਾ, ਤੁਹਾਨੂੰ ਵੱਧ ਤੋਂ ਵੱਧ ਰਿਸੈਸ ਤੱਕ 35 버ਗਰ ਦੇ ਸਕਦਾ। ਯਾਨੀ ਹੁਣ ਉਹ ਕੀ ਕਰੇਗਾ, ਆਦੇ ਥੋੜੇ ਬਹੁਤੇ ਸਾਧਨ ਜਿਹੜੇ ਨਾ ਉਹ ਬਦਲ ਲੇਗਾ। ਠੀਕ ਹੈ, ਥੋੜੇ ਬਹੁਤੇ ਸਾਧਨ ਬਦਲੇਗਾ ਤਾਂ ਕੀ ਹੋ ਜਾਣਗੇ, ਉਹ ਹੋ ਜਾਣਗੇ ਤੁਹਾਡੇ ਪਰਿਵਰਤਨਸ਼ੀਲ ਸਾਧਨ। ਠੀਕ ਹੈ, ਤਾਂ ਉਹਨੂੰ ਆਪਾਂ ਕਹਾਂਗੇ ਪਰਿਵਰਤਨਸ਼ੀਲ ਸਾਧਨ। ਨਾਮ ਤੋਂ ਕਲੀਅਰ ਕਰੋ, ਇਹ ਜਿਹੇ ਸਾਧਨ ਜਿਹੜੇ ਪਰਿਵਰਤਨਸ਼ੀਲ ਨੇ, ਜਿਨ੍ਹਾਂ ਨੂੰ ਬਦਲਿਆ ਜਾ ਸਕਦਾ ਹੈ, ਪਰ ਉਹ ਕਹੇਗਾ ਭਈਆ ਸਾਰੇ ਨਹੀਂ ਬਦਲ ਸਕਦਾ, ਤੂੰ ਕਹੇ 40 버ਗਰ ਦੇ ਦੋ ਰਿਸੈਸ ਤੱਕ ਮੈਂ 40 버ਗਰ ਦੇ ਦੇਵਾਂਗਾ, ਐਨੇ ਵੀ ਨਹੀਂ ਦੇ ਸਕਦਾ। ਯਾਨੀ ਕੀ ਹੋਏਗਾ, ਉਹ ਆਦੇ ਕੁਝ ਸਾਧਨ ਜਿਹੜੇ ਨੇ ਉਹਨਾਂ ਨੂੰ ਕੀ ਕਰੇਗਾ, ਸਥਿਰ ਰੱਖ ਲੇਗਾ ਤੇ ਕੁਝ ਜਿਹੜੇ ਨੇ ਉਹ ਪਰਿਵਰਤਨਸ਼ੀਲ ਕਰ ਲੇਗਾ। ਮਤਲਬ ਜਦੋਂ ਆਪਾਂ ਅਲਪਕਾਲ ਦੀ ਗੱਲ ਕਰਦੇ ਆ, ਜਿੰਨੇ ਵੀ ਉਤਪਾਦਨ ਦੇ ਸਾਧਨ ਤੇ ਗੈਰ ਸਾਧਨ ਹੁੰਦੇ ਨੇ, ਉਹਨਾਂ ਚੋਂ ਆਪਾਂ ਕੁਝ ਸਾਧਨਾਂ ਨੂੰ ਬਦਲ ਸਕਦੇ ਆ ਕਿਉਂਕਿ ਟਾਈਮ ਥੋੜਾ ਜਿਹਾ ਹੁੰਦਾ ਆਪਣੇ ਕੋਲ, ਕੁਝ ਨੂੰ ਆਪਾਂ ਨਹੀਂ ਬਦਲ ਸਕਦੇ। ਜਿਹੜੇ ਨਹੀਂ ਬਦਲ ਸਕਦੇ ਉਹ ਕੀ ਹੋ ਜਾਣਗੇ, ਸਥਿਰ ਸਾਧਨ ਹੋ ਜਾਣਗੇ। ਜਿਹਨੂੰ ਆਪਾਂ ਬਦਲ ਸਕਦੇ ਆ ਉਹ ਕੀ ਹੋ ਜਾਣਗੇ, ਪਰਿਵਰਤਨਸ਼ੀਲ ਸਾਧਨ ਹੋ ਜਾਣਗੇ। ਮਤਲਬ ਜਿਹੜਾ ਅਲਪਕਾਲ ਹੈ ਉਹਦੇ ਵਿੱਚ ਜਿੰਨੇ ਵੀ ਉਤਪਾਦਨ ਦੇ ਸਾਧਨ ਨੇ ਉਹ ਦੋ ਤਰ੍ਹਾਂ ਦੇ ਹੁੰਦੇ ਨੇ, ਇੱਕ ਪਰਿਵਰਤਨਸ਼ੀਲ ਸਾਧਨ ਹੁੰਦੇ ਨੇ ਤੇ ਇੱਕ ਸਥਿਰ ਸਾਧਨ ਹੁੰਦੇ ਨੇ। ਹੁਣ ਆ ਜਾਓ ਦੀਰਘਕਾਲ। ਦੀਰਘਕਾਲ ਹੋ ਗਿਆ ਲੰਬਾ ਟਾਈਮ। ਮੰਨ ਲਓ ਤੁਸੀਂ ਉਹਨੂੰ ਅੱਜ ਕਹਿਤਾ ਕੈਂਟੀਨ ਵਾਲੇ ਨੂੰ, ਦੇਖੀ ਕੱਲ ਮੇਰਾ ਬਰਥਡੇ ਹੈ ਤਾਂ ਕੱਲ ਮੇਰੇ ਬਰਥਡੇ ਤੇ ਮੈਨੂੰ 40 버ਗਰ ਚਾਹੀਦੇ ਨੇ। ਉਹ ਕਹਿੰਦਾ ਕੋਈ ਗੱਲ ਨਹੀਂ, ਜਿੰਨੇ ਮਰਜ਼ੀ ਲੈ ਲੈ, ਜੇ ਪਰਵਾਹ ਕੋਈ ਨਹੀਂ, ਸਾਰੇ ਹੈਗੇ ਨੇ। ਯਾਨੀ ਦੀਰਘਕਾਲ ਚ ਕੀ ਹੋਏਗਾ, ਉਹ ਆਪਣੇ ਸਾਰੇ ਦੇ ਸਾਰੇ ਸਾਧਨ ਜਿਹੜੇ ਨੇ ਉਹਨਾਂ ਨੂੰ ਬਦਲ ਪਾਏਗਾ ਕਿਉਂਕਿ ਉਹਦੇ ਕੋਲ ਟਾਈਮ ਬਹੁਤ ਮਿਲ ਗਿਆ। ਉਹਨੂੰ ਅੱਜ ਆਰਡਰ ਮਿਲਦਾ ਪਰ ਕੱਲ ਦੇਣੇ ਨੇ, ਕੱਲ ਤੱਕ ਤਾਂ ਮੈਂ ਜਿੰਨੇ ਮਰਜ਼ੀ ਲੈ ਆਵਾਂਗਾ। ਤਾਂ ਸਾਰੇ ਦੇ ਸਾਰੇ ਸਾਧਨ ਕੀ ਹੋਣਗੇ, ਪਰਿਵਰਤਨਸ਼ੀਲ ਹੋਣਗੇ। ਮਤਲਬ ਕੋਈ ਵੀ ਸਾਧਨ ਜਿਹੜਾ ਉਹ ਕੀ ਹੋਏਗਾ, ਸਥਿਰ ਨਹੀਂ ਹੋਏਗਾ। ਆਪਣੇ ਕੋਲ ਇੰਨਾ ਟਾਈਮ ਹੋਏਗਾ ਕਿ ਆਪਾਂ ਸਾਰੇ ਦੇ ਸਾਰੇ ਉਤਪਾਦਨ ਦੇ ਸਾਧਨ ਜਿਹੜੇ ਨੇ ਉਹ ਆਪਾਂ ਬਦਲ ਸਕੀਏ। ਜੇਕਰ ਆਪਾਂ ਦੀਰਘਕਾਲ ਚ ਸਾਰੇ ਸਾਧਨ ਪਰਿਵਰਤਨਸ਼ੀਲ ਨੇ ਤਾਂ ਕੀ ਹੋਏਗਾ, ਅਤੀ ਦੀਰਘਕਾਲ। ਅਤੀ ਦੀਰਘਕਾਲ ਕੀ ਹੋਇਆ, ਬਹੁਤ ਲੰਬਾ ਸਮਾਂ। ਮਤਲਬ ਤੁਸੀਂ ਕੀ ਕੀਤਾ, ਉਹਨੂੰ ਹਫਤਾ ਪਹਿਲਾਂ ਕਹਿਤਾ ਕਿ ਹਫਤੇ ਬਾਅਦ ਮੇਰਾ ਬਰਥਡੇ ਹੈ, ਠੀਕ ਹੈ, ਉਦੋਂ ਮੈਨੂੰ 40 버ਗਰ ਚਾਹੀਦੇ ਨੇ। ਕਹਿੰਦਾ ਤਾਂ ਬਹੁਤ ਟਾਈਮ ਪਿਆ, ਹਲਦਾ ਹਫਤਾ, ਤੂੰ ਇੱਕ ਦਿਨ ਪਹਿਲਾਂ ਵੀ ਕਹੇਗਾ ਨਾ ਮੈਂ ਤੈਨੂੰ ਤਾਂ ਵੀ ਲਿਆ ਦੂੰਗਾ। ਯਾਨੀ ਹੁਣ ਕਿ ਅਤੀ ਦੀਰਘਕਾਲ ਚ ਕੀ ਹੋਏਗਾ, ਉਦੋਂ ਵੀ ਸਾਰੇ ਸਾਧਨ ਪਰਿਵਰਤਨਸ਼ੀਲ ਹੀ ਹੋਣਗੇ। ਪਰ ਆਮ ਤੌਰ ਤੇ ਇਕਨੋਮਿਕਸ ਦੇ ਵਿੱਚ ਸਿੰਪਲਿਸਿਟੀ ਲਿਆਉਣ ਵਾਸਤੇ ਆਪਾਂ ਕੀ ਕਰਦੇ ਆ, ਜਿਹੜੇ ਅਤੀ ਦੀਰਘਕਾਲ ਹੈ
ठीक है। ते अति अल्पकाल है इन्हां दी आपां गल नहीं करदे, आपां सिर्फ दो टाइम दी गल करदे हां। एक हुंदा है अपने कोल अल्पकाल ते एक हुंदा है अपने कोल दीर्घकाल। अति अल्पकाल की गल क्यों नहीं करते? क्योंकि उन्हें आप उत्पादन के साधन बदल ही नहीं सकते, टाइम ही बहुत थोड़ा है। तो क्या होएगा? जो उत्पादन के साधन ही नहीं बदलणगे तो उत्पादन ही नहीं बदलेगा। मतलब उत्पादन दा ते उत्पादन के साधना दा कोई संबंध ही नहीं रहेगा, मतलब उत्पादन फलन है ही नहीं, फिर उन डिस्कस करने का फायदा नहीं हैगा। हुण जो दीर्घकाल च सारे साधन बदल ले तो फिर अति दीर्घकाल च जाके की करांगे? तां आपां सिर्फ दो ही टाइम पीरियड की गल करदे हां। मतलब जिहड़ा आपां उत्पादन फलन पढ़दे हां वो की करदे हां? आपां दो टाइम दे विच पढ़दे हां। एक हुंदा अल्पकाल, अल्पकाल च की होएगा? कुछ साधन ऐजे होणगे ਜਿਹੜੇ स्थिर होणगे, कुछ ऐजे होणगे ਜਿਹੜੇ परिवर्तनशील होणगे। दीर्घकाल च की होएगा? सारे दे सारे साधन ਜਿਹੜੇ ਨੇ ਉਹ ਕੀ ਹੋਣਗੇ? परिवर्तनशील होणगे। मतलब अपने कोल ਇੰਨਾ टाइम होएगा कि ਆਪਾਂ ਕੀ कर ਸਕੀਏ? अपने सारे दे सारे उत्पादन दे साधन ਜਿਹੜੇ ਨੇ ਉਹ ਆਪਾਂ बदल ਸਕੀਏ। ठीक हो गया? ਹੁਣ क्वेश्चन उठा भी अगर मान लो तुसी अल्पकाल की गल करते हो तो अल्पकाल नू तुसी कितना लंबा टाइम मनते हो? भी अल्पकाल कितना? या दीर्घकाल की गल करते हो तो दीर्घकाल कितना? मतलब अगर तुसी कहो भी 5 दिन अल्पकाल ने कि 5 महीने अल्पकाल ने कि 5 साल अल्पकाल ने कि 50 साल हो जाएंगे तो दीर्घकाल हो जाएगा, कि पता लगे? हुण इहदा जवाब जिहड़ा है ना वो कित्थे आएगा? वो अपने उत्पादन दे मीनिंग दे विच आएगा। क्योंकि जो मैं तुहानू उत्पादन दा मीनिंग कराया सी तो मैं ये कहा सी भी उत्पादन जिहड़ा है वो की है? एक प्रक्रिया है। हुण देखो आपां बड़ियां सारियां चीज़ां दा उत्पादन करदे हां। हुण अपने इंडिया च आपां सूई भी बनांदे हां, आपां शर्ट भी बनांदे हां, आपां स्पैक्स भी बनांदे हां, आपां जिहड़ा मार्कर भी बनांदे हां, बोर्ड भी बनांदे हां, आपां हवाई जहाज भी बनांदे हां, आपां रेलगड्डी भी बनांदे हां। ठीक है, आप पुल भी बनाने हैं, फ्लाईओवर बननगे, बांध बननगे, बड़ा कुछ बनाने हैं। ठीक है, हुण की होएगा? हुण आपां किहड़ी चीज दा उत्पादन कर रहे हैं? ਉਹ ਚੀਜ਼ ਦਾ ਉਤਪਾਦਨ ਕਰਨ ਤੇ ਚੱਲਣ ਵਾਲੀ ਪ੍ਰਕਿਰਿਆ ਕਿੱਡੀ ਲੰਬੀ ਹੈ, ਇਹ ਸਾਰਿਆਂ ਚ ਸੇਮ ਕਿਵੇਂ ਹੋ ਸਕਦੀ ਹੈ? ਕਿਸੇ ਦੀ ਪ੍ਰਕਿਰਿਆ ਐਜੀ ਹੋਏਗੀ ਜਿਹੜੀ 5 ਮਿੰਟੇ ਖਤਮ ਹੋ ਜਾਏਗੀ। ਮੰਨ ਲਓ ਆਪਾਂ ਚਾਹ ਬਣਾਣੀ ਹੈ, ਚਾਹ 5 ਮਿੰਟੇ ਖਤਮ ਹੋ ਜਾਣੀ ਹੈ, ਯਾਨੀ ਉਹਦੀ ਪ੍ਰਕਿਰਿਆ ਕਿੰਨੀ ਚੱਲੀ ਚਾਹ ਬਣਾਉਣ ਦੀ? 5 ਮਿੰਟ। ਹੁਣ ਅਈਓ ਮੰਨ ਲਓ ਤੁਸੀਂ ਦਾਲ ਬਣਾਣੀ ਹੈ, ਦਾਲ ਬਣਾਉਣ ਤੇ ਤੁਹਾਨੂੰ ਅੱਧਾ ਘੰਟਾ ਲੱਗ ਜਾਏਗਾ, ਯਾਨੀ ਹੁਣ ਉਹਦੀ ਪ੍ਰਕਿਰਿया ਕਿੰਨੀ ਚੱਲੇਗੀ? ਅੱਧਾ ਘੰਟਾ। गल समझ लग रही है ना? मान लो दही जमानी है, हुण राती रखोगे तो सवेरे जमेगी जाके, यानी कितना टाइम लग जाऊगा? घट 6-7 घंटे लग जाएंगे, यानी उनकी प्रक्रिया 6-7 घंटे चलनी है। यानी जो आपां अलग अलग वस्तुओं का उत्पादन करते हैं उन्हां दी जिहड़ी प्रक्रिया है वो भी अलग अलग होएगी। अगर उनकी प्रक्रिया अलग अलग है उनके टाइम भी की होएगा? अलग अलग लगेगा। हुण आपां ये जनरलाइज नहीं कर सकते भी लो जी इन्नी देर होगी तो अल्पकाल होएगा, इन्नी देर होएगी तो दीर्घकाल होएगा। इस तरह का कोई हिसाब किताब नहीं हैगा। क्यों नहीं हैगा? वो इस करके नहीं हैगा भी हुण आपां नूं पता लगाना है कि अल्पकाल केड़ा ते दीर्घकाल केड़ा। तां बहुत सिंपल तरीका है, आंसर बोर्ड ते लिखा है। भी देखो तुसी एक उत्पादक हो, तुसी उत्पादन कर रहे हो, तुसी पता लगाना है भी तुसी अल्पकाल चो कि दीर्घकाल चो। रिपीट कर रहे हैं, आधे आप नूं उत्पादक समझो भी मैं उत्पादक हां, मैं एक चीज का उत्पादन कर रहा। ते आधे आप नूं सोचो भी मैं अल्पकाल च हां या मैं दीर्घकाल च हां। इहदा मैं पता किवें लगावांगा? जेकर तुहानूं इह लगदा है भी जो भी तुसी उत्पादन कर रहे हो उनके कुछ साधन ऐजे हैगे ने जेड़े हाली भी तुहाडे हत्थ च नहीं हैगे। मतलब कुछ साधन ऐजे ने जेड़े हाली भी तुसी नहीं बदल सकते, समझ लिया जे अल्पकाल च हैगे हो। रिपीट करना भी गल नूं, मतलब तुहानूं लगदा है भी तुसी उत्पादक हो पर तुसी हाली उत्पादन दे साधनां नूं बदलन दी हालत च नहीं हैगे। मतलब तुसी सारे दे सारे साधन नहीं बदल सकते, कुछ साधन ऐजे ने जिहड़े हाली भी तुहानूं स्थिर रखने पै रहे ने। समझ जाए जे अल्पकाल च हैगे हो। हुण ये चीज मान लो फीलिंग आई तुहानूं 5 साल बाद, ले भी 5 साल हो गए आ चीज का उत्पादन करते, हाली भी आ साधन है जिन्होंने असीं बदल नहीं सकते पे, तां तुसीं अल्पकाल च बैठे हो 5 साल च भी। जिस दिन तुहानूं ये लगना शुरू हो गया कि लै भी हुण तां उत्पादन ऐ जिहा भी आपां सारे दे सारे साधन बदल सकते हैं,
यानी ਤੁਹਾਨੂੰ ਲੱਗਣਾ ਸ਼ੁਰੂ ਹੋ ਗਿਆ ਵੀ ਉਤਪਾਦਨ ਦਾ ਕੋਈ ਵੀ ਅਜਿਹਾ ਸਾਧਨ ਅਜਿਹਾ ਹੈ ਹੀ ਨਹੀਂ ਜਿਹਨੂੰ ਤੁਸੀਂ ਨਹੀਂ ਬਦਲ ਸਕਦੇ। ਤੁਸੀਂ ਸਾਰੇ ਦੇ ਸਾਰੇ ਉਤਪਾਦਨ ਦੇ ਸਾਧਨ ਬਦਲ ਸਕਦੇ ਹੋ। ਉਸ ਦਿਨ ਸਮਝ ਲਿਆ ਜੇ ਦੀਰਘ ਕਾਲ ਚ ਆ ਗਏ। ਹੁਣ ਇਹ ਚੀਜ਼ ਜਿਹੜੀ ਦੀਰਘ ਕਾਲ ਦੀ ਫੀਲਿੰਗ ਹੈ ਨਾ, ਇਹ ਤੁਹਾਨੂੰ 5 ਘੰਟਿਆਂ ਚ ਵੀ ਆ ਸਕਦੀ ਹੈ, ਤੇ 5 ਦਿਨਾਂ ਚ ਵੀ ਆ ਸਕਦੀ ਹੈ, ਤੇ 5 ਸਾਲਾਂ ਚ ਵੀ ਆ ਸਕਦੀ ਹੈ, ਤੇ ਇਹ ਵੀ ਹੋ ਸਕਦਾ 50 ਸਾਲ ਚ ਵੀ ਨਾ ਆਵੇ। ਗੱਲ ਫੋਲੋ ਕਰ ਰਹੇ ਹੋ? ਤਾਂ ਕੋਈ ਵੀ ਟਾਈਮ ਆਪਣੇ ਆਪ ਦੇ ਵਿੱਚ ਅਲਪਕਾਲ ਨਹੀਂ ਹੈ, ਕੋਈ ਵੀ ਟਾਈਮ ਆਪਣੇ ਆਪ ਚ ਦੀਰਘਕਾਲ ਨਹੀਂ ਹੈ। ਕੋਈ ਟਾਈਮ ਅਲਪਕਾਲ ਹੈ ਜਾਂ ਦੀਰਘਕਾਲ ਹੈ, ਇਹ ਇਸ ਗੱਲ ਤੇ ਡਿਪੈਂਡ ਕਰਦਾ ਹੈ ਵੀ ਜਿਹੜੇ ਸਾਧਨ ਵਰਤੇ ਜਾ ਰਹੇ ਨੇ ਉਹਨਾਂ ਸਾਧਨਾਂ ਦਾ ਸੁਭਾਅ ਕਿਸ ਤਰ੍ਹਾਂ ਦਾ ਹੈ। ਜੇ ਤੁਹਾਨੂੰ ਲੱਗਦਾ ਹੈ ਵੀ ਜਿਹੜੇ ਸਾਧਨ ਨੇ ਹਾਲੀ ਵੀ ਅਜੇ ਹੈਗੇ ਨੇ ਜਿਹੜੇ ਸਥਿਰ ਰੱਖਣੇ ਪੈ ਰਹੇ ਨੇ, ਹਾਲੀ ਵੀ ਅਜੇ ਹੈਗੇ ਨੇ ਜਿਹੜੇ ਮੈਂ ਨਹੀਂ ਬਦਲ ਪਾ ਰਿਹਾ, ਇੱਕ ਉਤਪਾਦਕ ਹੋਣ ਦੇ ਨਾਤੇ ਸਮਝ ਲਿਆ ਜੇ ਅਲਪਕਾਲ ਚ ਹੈਗੇ ਹੋ। ਜਦੋਂ ਤੁਹਾਨੂੰ ਲੱਗਿਆ ਕਿ ਹੁਣ ਮੈਂ ਇਸ ਹਾਲਤ ਦੇ ਵਿੱਚ ਆ ਗਿਆ ਕਿ ਮੈਂ ਸਾਰੇ ਦੇ ਸਾਰੇ ਉਤਪਾਦਨ ਦੇ ਸਾਧਨ ਬਦਲ ਸਕਦਾ, ਸਾਰੇ ਦੇ ਸਾਰੇ ਉਤਪਾਦਨ ਦੇ ਸਾਧਨ ਪਰਿਵਰਤਨਸ਼ੀਲ ਨੇ, ਉਹਨੂੰ ਮੈਂ ਕਹਾਂਗਾ ਦੀਰਘ ਕਾਲ। ਤਾਂ ਜਦੋਂ ਵੀ ਆਪਾਂ ਉਤਪਾਦਨ ਦਾ ਅਧਿਐਨ ਕਰਾਂਗੇ, ਉਤਪਾਦਨ ਬਾਰੇ ਪੜਾਂਗੇ ਜਾਂ ਉਤਪਾਦਨ ਫਲਨ ਬਾਰੇ ਪੜਾਂਗੇ, ਆਪਾਂ ਹਮੇਸ਼ਾ ਉਹਨੂੰ ਦੋ ਟਾਈਮ ਪੀਰੀਅਡ ਦੇ ਵਿੱਚ ਪੜਾਂਗੇ। ਪਹਿਲਾ ਆਪਾਂ ਪੜਾਂਗੇ ਅਲਪਕਾਲ ਦਾ ਉਤਪਾਦਨ ਫਲਨ, ਦੂਸਰਾ ਆਪਾਂ ਪੜਾਂਗੇ ਦੀਰਘ ਕਾਲ ਦਾ ਉਤਪਾਦਨ ਫਲਨ। ਇਹ ਦੋਨੋਂ ਤਰ੍ਹਾਂ ਦੇ ਉਤਪਾਦਨ ਫਲਨ ਜਿਹੜੇ ਨੇ ਉਹ ਆਪਣੇ ਸਿਲੇਬਸ ਦਾ ਇੱਕ ਪਾਰਟ ਨੇ। ਠੀਕ ਹੋ ਗਿਆ? ਹੁਣ ਆਪਣੇ ਚੈਪਟਰ ਦਾ ਨਾਮ ਯਾਦ ਕਰੋ। ਆਪਣੇ ਚੈਪਟਰ ਦਾ ਨਾਮ ਕੀ ਸੀ? ਉਤਪਾਦਨ ਫਲਨ। ਠੀਕ ਹੈ? ਨਾਲ ਕੀ ਸੀ? ਸਾਧਨ ਦੇ ਪ੍ਰਤੀਫਲ ਅਤੇ ਪੈਮਾਨੇ ਦੇ ਪ੍ਰਤੀਫਲ। ਯਾਨੀ ਹੁਣ ਆਪਾਂ ਉਤਪਾਦਨ ਫਲਨ ਦਾ ਮੀਨਿੰਗ ਜਿਹੜਾ ਹੈ ਉਹ ਕਲੀਅਰ ਕਰ ਲਿਆ। ਉਤਪਾਦਨ ਫਲਨ ਜਿਹੜਾ ਹੈ ਉਹ ਆਪਾਂ ਕਿਹੜੇ ਟਾਈਮ ਦੇ ਵਿੱਚ ਪੜਨਾ ਹੈ ਉਹ ਗੱਲ ਕਰ ਲਈ। ਉਤਪਾਦਨ ਫਲਨ ਦੀ ਕਿਸਮ ਕਿਹੜੀ ਹੈ, ਤਕਨੀਕੀ ਉਤਪਾਦਨ ਫਲਨ ਹੈ, ਉਹਦੀ ਵੀ ਆਪਾਂ ਗੱਲ ਕਰ ਲਈ। ਹੁਣ ਆਪਾਂ ਕੀ ਕਰਨ ਜਾ ਰਹੇ ਹਾਂ? ਹੁਣ ਆਪਾਂ ਆਪਣਾ ਪਹਿਲਾ ਉਤਪਾਦਨ ਫਲਨ ਜਿਹੜਾ ਹੈ ਉਹ ਦੇਖਣ ਜਾ ਰਹੇ ਹਾਂ ਕਿ ਜਿਹੜਾ ਆਪਣਾ ਅਲਪਕਾਲ ਦਾ ਉਤਪਾਦਨ ਫਲਨ ਹੋਏਗਾ ਉਹ ਕਿਸ ਤਰ੍ਹਾਂ ਦਾ ਹੋਏਗਾ। ਤਾਂ ਅਲਪਕਾਲ ਦਾ ਉਤਪਾਦਨ ਫਲਨ, ਜਿਹੜਾ ਅਲਪਕਾਲ ਦਾ ਉਤਪਾਦਨ ਫਲਨ ਹੈ ਉਹਨੂੰ ਆਪਾਂ ਨਾ ਇੱਕ ਹੋਰ ਨਾਮ ਵੀ ਦਿੰਨੇ ਹਾਂ। ਉਹਨੂੰ ਆਪਾਂ ਕਹਿੰਦੇ ਆ ਪਰਿਵਰਤਨਸ਼ੀਲ अनुपात ਦਾ ਨਿਯਮ। ਨਿਯਮ ਮਤਲਬ ਰੂਲ। ਹੁਣ ਕੀ ਹੋਏਗਾ? ਮੰਨ ਲਓ ਵੀ ਤੁਹਾਡੇ ਕੋਲ ਕੁਝ ਸਾਧਨ ਨੇ। ਠੀਕ ਹੈ? ਆਪਾਂ ਕੀ ਕਰਦੇ ਹਾਂ, ਵੈਸੇ ਆਪਾਂ 4 ਸਾਧਨ ਲਏ ਸੀ, ਆਪਾਂ ਨਾ 2 ਲੈ ਲੈਂਦੇ ਆ। ਲੋ ਜੀ, ਮੈਂ ਕਹਿੰਦਾ ਕਿ Q ਜਿਹੜਾ ਹੈ ਉਹ ਕੀ ਹੈ? ਉਹ ਤੁਹਾਡਾ ਉਤਪਾਦਨ। ਠੀਕ ਹੈ? ਉਹ ਕੀ ਕਰ ਰਿਹਾ ਹੈ? ਉਹ ਨਿਰਭਰ ਕਰ ਰਿਹਾ ਹੈ। ਤਾਂ F ਕੀ ਹੋ ਗਿਆ? F ਹੋ ਗਿਆ ਫਲਨ। ਮੰਨ ਲਓ ਤੁਸੀਂ ਕਿਹਾ ਵੀ ਤੁਸੀਂ ਕੀ ਕਰਨਾ ਹੈ, ਤੁਸੀਂ 10 ਕਮੀਜ਼ਾਂ ਬਣਵਾਉਣੀਆਂ ਨੇ। ਠੀਕ ਹੈ? 10 ਕਮੀਜ਼ਾਂ ਬਣਵਾਉਣੀਆਂ ਦਾ ਉਤਪਾਦਨ ਕਰਨਾ ਜੀ। ਉਹਦੇ ਵਾਸਤੇ ਕੀ ਹੈ ਵੀ ਤੁਹਾਨੂੰ ਚਾਹੀਦੇ ਨੇ 5 ਦਰਜੀ। ਠੀਕ ਹੈ? ਤਾਂ 10 ਕਮੀਜ਼ਾਂ ਵਾਸਤੇ ਚਾਹੀਦਾ ਤੁਹਾਨੂੰ 20 ਮੀਟਰ ਕੱਪੜਾ। ਠੀਕ ਹੈ? ਤਾਂ ਮੈਂ ਕਹਾਂਗਾ ਤੁਹਾਡੀਆਂ 10 ਕਮੀਜ਼ਾਂ ਜਿਹੜੀਆਂ ਨੇ ਉਹਦਾ ਉਤਪਾਦਨ, 10 ਕਮੀਜ਼ਾਂ ਦਾ ਉਤਪਾਦਨ ਫਲਨ ਹੈ, ਨਿਰਭਰ ਕਰਦਾ ਹੈ ਕਿਹਨਾਂ ਦੇ ਉੱਪਰ? 5 ਦਰਜੀਆਂ ਦੇ ਉੱਪਰ ਤੇ 20 ਮੀਟਰ ਕੱਪੜੇ ਦੇ ਉੱਪਰ। ਯਾਨੀ ਹੁਣ ਕੀ ਹੈ? ਹੁਣ ਅਗਰ ਤੁਸੀਂ 10 ਕਮੀਜ਼ਾਂ ਬਣਵਾਉਣੀਆਂ, ਤੁਹਾਨੂੰ 2 ਤਰ੍ਹਾਂ ਦੇ ਸਾਧਨ ਚਾਹੀਦੇ ਨੇ। ਪਹਿਲਾ ਕੀ ਚਾਹੀਦਾ ਹੈ? 5 ਦਰਜੀ ਚਾਹੀਦੇ ਨੇ ਤੇ 20 ਮੀਟਰ ਤੁਹਾਨੂੰ ਕੱਪੜਾ ਚਾਹੀਦਾ ਹੈ। ਠੀਕ ਹੋ ਗਿਆ? ਹੁਣ ਸਪੋਜ਼ ਕਰੋ ਵੀ ਇਹ ਜਿਹੜਾ ਉਤਪਾਦਨ ਫਲਨ ਹੈ ਨਾ, ਇਹ ਕੀ ਹੈ? ਇਹ ਅਲਪਕਾਲ ਦਾ ਉਤਪਾਦਨ ਫਲਨ ਹੈ। मतलब ਕੀ ਹੋਏਗਾ? ਜੇ ਮੈਂ 2 ਸਾਧਨ ਲੈ ਕੇ ਚੱਲ ਰਿਹਾ, ਇਹਦੇ ਵਿੱਚ ਕੀ ਕਰਦਾ ਮੈਂ? ਜਿਹੜੇ 5 ਟੇਲਰ ਚਾਹੀਦੇ ਨੇ ਮੈਨੂੰ, ਉਹ ਕੀ ਨੇ? ਸਥਿਰ ਸਾਧਨ ਨੇ। मतलब अगर टाइम इतना थोड़ा है कि अगर मैं कमीजा होर बनवानियां ने ना, तो मैं दर्जियां की गिनती नहीं बता सकता। मतलब ये उन्ने ही ने। मतलब सपोज करो कि मैं 10 कमीजा की बजाय कमीजा बनवानियां ने 15। हुन 15 कमीजा फलन ने किंदा 5 दर्जी ते 30 मीटर कपड़े का। एक कमीज अगर मान लो 2 मीटर कपड़ा लगता है तो 10 कमीजा दे 20 मीटर कपड़ा लगता सी। हुण 15 कमीजा दे 30 मीटर कपड़ा लगेगा, यानी जिहड़ा कपड़ा है वो तो मैं बदल लिया, यानी कपड़ा तो मैं होर ले आया। तो आ जिहड़ा कपड़ा है ये की है? ये की हो गया? ये हो गया मेरा परिवर्तनशील साधन। पर मैं दर्जी तो 5 ओने दे ओने ने, दर्जी तो होर नहीं लिया पाया ना, तो आ की हो गया? ये हो गया मेरा स्थिर साधन।
ਤਾਂ ਇਹ ਕੀ ਹੈ, ਇਹ ਹੈ ਮੇਰੇ ਅਲਪਕਾਲ ਦਾ ਉਤਪਾਦਨ ਫਲਨ। ਐਵੇਂ ਬਣੇਗਾ। ਹੁਣ ਜਿਹੜਾ ਮੇਰੇ ਅਲਪਕਾਲ ਦਾ ਉਤਪਾਦਨ ਫਲਨ ਹੈ, ਇਹਦੇ ਚ ਕੀ ਹੋਏਗਾ, ਅਗਰ ਮੈਂ ਸਾਰੇ ਦੇ ਸਾਰੇ ਜਿੰਨੇ ਵੀ ਮੇਰੇ ਉਤਪਾਦਨ ਦੇ ਸਾਧਨ ਨੇ, ਅਗਰ ਮੈਂ ਉਹ ਉਤਪਾਦਨ ਦੇ ਸਾਧਨਾਂ ਨੂੰ ਦੋ ਹਿੱਸਿਆਂ ਦੇ ਵਿੱਚ ਵੰਡ ਦੇਵਾਂ। ਸਪੋਜ਼ ਮੈਂ ਕਹਾਂ ਵੀ ਇੱਥੇ ਕੀ ਹੈ, ਇੱਥੇ ਆ ਗਏ ਮੇਰੇ ਕੋਲ ਦਰਜੀ, ਠੀਕ ਹੈ, ਕਿ ਮੈਨੂੰ ਕਿੰਨੇ ਟੇਲਰ ਜਿਹੜੇ ਮਾਸਟਰ ਨਾਲ ਲੋੜ ਹੈ। ਦੂਸਰਾ ਆ ਗਿਆ ਇੱਥੇ ਕੱਪੜਾ, ਕਿ ਮੈਨੂੰ ਕਿੰਨੇ ਮੀਟਰ ਕੱਪੜਾ ਚਾਹੀਦਾ। ਇੱਥੇ ਹੈਗਾ ਕੱਪੜਾ ਕਿੰਨੇ ਵਿੱਚ, ਮੀਟਰ ਵਿੱਚ, ਠੀਕ ਹੈ। ਇੱਥੇ ਆਪਾਂ ਲਿਖ ਲੈਂਦੇ ਆ ਉਤਪਾਦਨ, ਕਿ ਆਪਾਂ ਉਤਪਾਦਨ ਕਿੰਨਾ ਕਰਨਾ ਹੈ। ਮੰਨ ਲਓ ਮੈਂ ਉਤਪਾਦਨ ਕਰਨਾ ਹੈ 10 ਕਮੀਜ਼ਾਂ ਦਾ, ਠੀਕ ਹੈ ਜੀ। ਉਹਦੇ ਵਾਸਤੇ ਮੇਰੇ ਕੋਲ 5 ਟੇਲਰ ਉਪਲਬਧ ਨੇ, ਨਾਲ ਮੇਰੇ ਕੋਲ 20 ਮੀਟਰ ਕੱਪੜਾ ਹੈ। यानी कि एक कमीज के ऊपर की करना है, 2 मीटर कपड़ा लगना है। तो एक ही है उत्पादन है किस चीज का, कमीजा का। तो कमीज दा उत्पादन मैं चाहना कि कमीज दा उत्पादन हो जावे 15, यानी 15 कमीजा बनवानियां ने। वो कहता 15 कमीजा बनाने ने भैया, दर्जी तो होर आ नहीं सकते, दर्जी तो 5 ही रहणगे, पर तुसी 15 कमीजा बनवानी है। एक कमीज के ऊपर 2 मीटर कपड़ा लगता है, ऐं करो कपड़ा होर ले आओ। मैं कहा ठीक है आ जाएगा। तो मैं कपड़ा कितना करता, 3 मीटर, सही हो गया। हुन अगर मान लो मैं की करना है, मैं 20 कमीजा बनवानियां ने, दर्जी फिर 5 दे 5। हुन 20 मीटर सगो 20 कमीजा बनवानियां ने, तो 20 कमीजा बनाने वास्ते कितने मीटर कपड़ा चाहिए, 40 मीटर, ठीक। मैं बनवानियां ने 30 कमीजा, दर्जी हाले भी मेरे को 5 ही ने। हुन मैंने 30 कमीजा वास्ते कितना कपड़ा चाहिए, 60 मीटर, एवं। हुन दर्जी जड़े ने एक ही हो गए, ये हो गए मेरे स्थिर साधन, जेड़ा बदल नहीं सकता, ये स्थिर साधन है। कपड़ा बदल सकता है, तो एक ही हो गया, ये हो गया परिवर्तनशील साधन, ठीक है। हुन हो की रहे, अगर मैं ये पता लगावा कि जेड़ा मेरा स्थिर साधन है, एंदा अनुपात कड्डा मैं, अनुपात अनुपात का निशान है, अनुपात किंदे नाल, परिवर्तनशील साधन दे नाल। स्थिर साधन ते परिवर्तनशील साधन दा अनुपात यानी कि 5:20, 5:30, 5:40 ते 5:60, एवं है। अगर मैं कैंसिल करा तो 1:4, अगर इतने करा तो 1:6, इतने कैंसिल करा तो 1:8, इतने कैंसिल करा तो 1:12, यानी हो ही रहा भी जेड़ा मेरा स्थिर साधन है ते जेड़ा मेरा परिवर्तनशील साधन है, इन्हां दोनों दा अनुपात बदल रहा है। पहला अनुपात 1:4 सी, फिर 1:6 है, 1:8 है, 1:12। हम अनुपात बदल रहे, जे अनुपात बदल रहे है ताही आप इहनूं कहने आ परिवर्तनशील अनुपात दा नियम। मतलब जदों तुसी अल्पकाल दा उत्पादन फलन पढ़ोगे, उहदे च की होएगा, जेड़ा तुहाडा स्थिर साधन ते जेड़ा तुहाडा परिवर्तनशील साधन है, वो दोनों जिस अनुपात दे विच काम करदे पे ने, वो अनुपात बदलेगा। तो अपन कहने आ परिवर्तनशील अनुपात दा नियम। क्यों अनुपात किवें बदलेगा? सोचो अनुपात बदलिया किवें भी, तुसी की कीता, जेड़ा स्थिर साधन है ओनू तां ओना ही रखिया होया। मतलब जेड़े दर्जी ने वो तो तुहाडे 5 दे 5 ही ने, जेड़ा दूजा सी ओनू तुसी बदली जा रहे हो। यानी एक चीज नू तुसी स्थिर रख लिया, दूजी चीज बदली जा रहे हो। कदे 20 लिखता, कदे 30 लिखता, कदे 40 लिखता, कदे 60 लिखता, दूजा परिवर्तनशील साधन बदली जा रहे हो। तो अगर एक चीज स्थिर रहेगी, दूजी चीज बदलेगी, तो जेड़े अनुपात दे विच दोनों लगे ने, वो अनुपात बदलेगा। ताही आपां नूं परिवर्तनशील अनुपात दा नियम कहने आ। ਤਾਂ ਜਿਹੜਾ ਅਲਪਕਾਲ ਦਾ ਉਤਪਾਦਨ ਫਲਨ ਹੈ, ਉਹਨੂੰ परिवर्तनशील अनुपात ਦਾ ਨਿਯਮ ਜਿਹੜਾ ਉਹ ਕਿਹਾ ਜਾਂਦਾ ਹੈ। ਕਿਵੇਂ ਕਿਹਾ ਜਾਂਦਾ ਹੈ? ਅਗਰ ਆਪਾਂ ਚਾਹੀਏ ਤਾਂ ਇਹਨੂੰ ਕੀ ਕਰ ਸਕਦੇ ਆ, ਇਹਨੂੰ ਆਪਾਂ ਨਾ ਇੱਕ ਡਾਇਗਰਾਮ ਦੀ ਮਦਦ ਨਾਲ ਵੀ ਜਿਹੜਾ ਹੈ ਉਹ ਦਿਖਾ ਸਕਦੇ ਆ।
किस तरह देखो, अपने कोल दो उत्पादन दे साधन ने, इधर आपां ले लेने आ स्थिर साधन, इधर आपां ले लेने आ परिवर्तनशील साधन। ठीक है, यानी परिवर्तनशील साधन की से अपना कपड़ा, स्थिर साधन की से अपने दर्जी। आगे मान लो दर्जी 5 ने, ठीक है, इधर हो गया ਤੁਹਾਡੇ ਕੋਲ शर्ट हो गया मान लो 10 20 30 40 50। ठीक, ਹੁਣ ਤੁਸੀਂ ਕੀ ਕਰ ਰਹੇ ਹੋ, ਸ਼ੁਰੂਆਤ ਦੇ ਵਿੱਚ ਤੁਸੀਂ 5 ਦਰਜੀਆਂ ਦੇ ਕੋਲੋਂ 10 ਸ਼ਰਟਾਂ ਬਣਵਾਉਂਦੇ ਪਏ ਹੋ ਜਾਂ 10 ਮੀਟਰ ਕੱਪੜਾ ਦਿੱਤਾ ਹੋਇਆ ਹੈ। ਫਿਰ ਕੀ ਕਰਤਾ, ਹੁਣ ਦਰਜੀ ਦਾ ਆਪਾਂ ਬਦਲ ਨਹੀਂ ਰਹੇ, ਉਹ ਤਾਂ ਆਪਾਂ ਬਦਲ ਸਕਦੇ ਨਹੀਂ ਕਿਉਂਕਿ ਆਪਣਾ ਸਥਿਰ ਸਾਧਨ ਹੈ। ਉਹਨਾਂ 5 ਦਰਜੀਆਂ ਨੂੰ ਕੀ ਕੀਤਾ, 20 ਮੀਟਰ ਕੱਪੜਾ ਦੇ ਦਿੱਤਾ। ਉਹਨਾਂ 5 ਦਰਜੀਆਂ ਨੂੰ ਕੀ ਕੀਤਾ, 30 ਮੀਟਰ ਕੱਪੜਾ ਦੇ ਦਿੱਤਾ। ਉਹਨਾਂ 5 ਦਰਜੀਆਂ ਨੂੰ ਕੀ ਕੀਤਾ, 40 ਮੀਟਰ ਕੱਪੜਾ ਦੇ ਦਿੱਤਾ। ਉਹਨਾਂ 5 ਦਰਜੀਆਂ ਨੂੰ ਕੀ ਕੀਤਾ, 50 ਮੀਟਰ ਕੱਪੜਾ ਦੇ ਦਿੱਤਾ। यानी अगर आप उत्पादन वक्र बनाइए तो उत्पादन वक्र केड़ी बनी, पहला 5 ते 10 सी ना, आ सी ना, फिर वही 5 अगे चला गया, 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 एवं अगे निकलेगा। तो आ जिहड़ी पी है ये की है, ये तुहाडी उत्पादन वक्र है जिहड़ी कि अल्पकाल दा उत्पादन फलन दिखा रही है, जिंदे च की हो रहा है, स्थिर साधन नूं आपां बिल्कुल नहीं छेड़िया, परिवर्तनशील साधन बदलते जा रहे हैं। तां ਜਿਹੜਾ ਅਲਪਕਾਲ ਦਾ ਉਤਪਾਦਨ ਫਲਨ ਹੈ ਉਹਨੂੰ ਆਪਾਂ ਕੀ ਨਾਮ ਦਿੰਨੇ ਹਾਂ, ਇੱਕ ਨਾਮ ਆਪਾਂ ਪਕੜਿਆ, ਉਹ ਨਾਮ ਕੀ ਹੋਇਆ, ਉਹ ਹੋਇਆ ਪਰਿਵਰਤਨਸ਼ੀਲ अनुपात ਦਾ ਨਿਯਮ। ਠੀਕ ਹੋਇਆ, ਹੁਣ ਇਹਦਾ ਇੱਕ ਨਾਮ ਹੋਰ ਵੀ ਹੈਗਾ, ਇਹਨੂੰ ਆਪਾਂ ਇੱਕ ਹੋਰ ਨਾਮ ਦਿੰਨੇ ਆ, ਉਹਨੂੰ ਆਪਾਂ ਕਹਿੰਦੇ ਆ ਸਾਧਨ ਦੇ प्रतिफल। नाम तो पकड़ो, ये आपने चैप्टर दे नाम चगा सी, साधन दे प्रतिफल मतलब क्या। अगर आप दोबारा लिखिए, मान लो मैं कहा कि इत्थे मेरा स्थिर साधन है, इत्थे मेरा परिवर्तनशील साधन है। ठीक है, स्थिर साधन की है दर्जी, देखते परिवर्तनशील साधन की है कपड़ा 10 मीटर 20 मीटर 30 मीटर 40 मीटर, ऐथे की है, ऐथे ने कमीजा। ठीक है, 10 मीटर कपड़े नाल कितनी कमीजा बननगियां, 5 20 मीटर नाल कितनी बननगियां, 10 30 मीटर नाल कितनी बननगियां, 15 40 मीटर नाल कितनी बननगियां, 20। हुन सोचो, हुन होया की तुहाडियां कमीजा 5 तो वध के 10 होईयां, ਜਿਹੜੀਆਂ ਕਮੀਜ਼ਾਂ 5 ਤੋਂ ਵੱਧ ਕੇ 10 ਹੋਈਆਂ ਨਾ, ਉਹ ਕਿੰਨੇ ਕਰਕੇ ਹੋਈਆਂ, ਜਿਹੜੇ ਤੁਹਾਡੇ ਦਰਜੀ ਨੇ ਉਹ ਸੇਮ ਨੇ, ਉਹ ਪਹਿਲਾਂ ਵੀ 5 ਲੱਗੇ ਸੀ, ਹੁਣ ਵੀ 5 ਹੀ ਲੱਗੇ ਐ। ਜਿਹੜੀਆਂ ਕਮੀਜ਼ਾਂ 5 ਤੋਂ 10 ਹੋਈਆਂ, ਇਹ ਤਾਂ ਹੋਈਆਂ ਜਦੋਂ ਤੁਸੀਂ ਉਹ 5 ਦਰਜੀਆਂ ਨੂੰ ਜਿਹੜਾ ਕੱਪੜਾ ਹੈ ਉਹ 10 ਦੀ ਬਜਾਏ 20 ਮੀਟਰ ਦਿੱਤਾ। ਜੇ ਤੁਸੀਂ 20 ਮੀਟਰ ਕੱਪੜਾ ਨਾ ਦਿੰਦੇ ਤਾਂ ਕਮੀਜ਼ਾਂ ਤੁਹਾਡੀਆਂ 10 ਹੋਣੀ ਸੀ ਬੰਨੀਆਂ। ठीक है, क्योंकि एक कमीज से 2 मीटर कपड़ा लगता है, वो कहता 10 कमीजा बनवानी है तो 20 मीटर कपड़ा चाहिए, 10 कमीजा 10 मीटर कपड़े नाल किवें बना देवा। यानी जो उत्पादन वधिया, यानी 5 कमीजा तो 10 कमीजा होया, वो उत्पादन जिन्ने भी मेरे कोल साधन हैगे सी, साधन किन्ने सी मेरे कोल, 2, एक कौन सी मेरे कोल दर्जी, एक की सी मेरे कोल कपड़ा। ਹੁਣ ਜਿਹੜਾ ਆ ਉਤਪਾਦਨ 5 ਤੋਂ ਵੱਧ ਕੇ 10 ਹੋਇਆ ਨਾ, ਇਹਨੂੰ ਵਧਾਉਣ ਵਾਸਤੇ ਮੈਂ ਦਰਜੀ ਤੇ ਕੱਪੜਾ ਦੋਨੋਂ ਨਹੀਂ ਬਦਲੇ। यानी अगर मैं मान लवा कि मेरे को उत्पादन ने 2 ही साधन ने, मैं दोनों नहीं बदले, मैं एक साधन बदले, सिर्फ एक। यानी जो मैनू प्रतिफल दो भाग कर दो, प्रति दा कर दो, फल कर दो। प्रति हुंदा है बदले विच, प्रति की हुंदा है बदले विच, फल मिलना रिजल्ट। यानी की होया, मैं 10 मीटर कपड़ा दिता, उनदे बदले यानी कि उनदे प्रति जो मैनू फल मिलिया, जो रिजल्ट मिलिया, वो की मिलिया, मेरिया 5 कमीजा 5 तो 10 हो गई। ये ਜਿਹੜੀਆਂ ਕਮੀਜ਼ਾਂ 5 ਤੋਂ 10 ਨੇ ਨਾ, ਇਹ ਕੀ ਹੈ, ਇਹ ਮੇਰਾ प्रतिफल है, बदले विच मिलिया फल है। पर ये ਜਿਹੜਾ फल मिलिया है वो सारे दे सारे उत्पादन दे ਜਿਹੜੇ साधन ने ਉਹਨਾਂ ਨੂੰ बदलन करके नहीं मिलिया, वो सिर्फ एक साधन दे करके मिलिया। एक साधन, वो एक साधन ਕਿਹੜਾ है, कपड़ा। यानी कि ਆਪਾਂ ਨੂੰ इंग्लिश ਵਿੱਚ ਕਹਿੰਦੇ ਹਾਂ रिटर्न
टू अ फैक्टर, रिटर्न मिलना, बदले विच मिलना, जो बदले च मिलेगा ना किस करके मिलेगा, एक फैक्टर मतलब साधन, मतलब की होएगा जो अल्पकाल होएगा तुसी ਕੀ ਕਰ ਸਕੋਗੇ, ਆਪਣੇ ਉਤਪਾਦਨ ਦੇ ਸਾਰੇ ਸਾਧਨ ਨਹੀਂ ਬਦਲ ਪਾਓਗੇ। ਕਿੰਨੇ ਸਾਧਨ ਬਦਲ ਪਾਓਗੇ, ਇੱਕ ਸਾਧਨ ਬਦਲੋਗੇ ਤਾਂ ਇੱਕ ਸਾਧਨ ਦੇ ਬਦਲੇ ਜੋ ਮਿਲੇਗਾ ਉਹਨੂੰ ਆਪਾਂ ਸਾਧਨ ਦੇ ਪ੍ਰਤੀਫਲ ਜਿਹੜਾ ਉਹ ਵੀ ਨਾਮ ਦੇਾਂਗੇ। ਇੱਕ ਨਾਮ ਹੋਰ ਵੀ ਹੈ, ਇਹਨੂੰ ਆਪਾਂ ਕਹਿੰਦੇ ਆ ਘਟਦੇ ਵੱਧਦੇ ਅਨੁਪਾਤ ਦਾ ਨਿਯਮ। यानी हुण कहंदा भी जेड़ा अनुपात होएगा, अनुपात किंदा, स्थिर साधन ते परिवर्तनशील साधन दा। पहला किन्ना है 5:10, फिर किन्ना है 5:20, 5:30, 5:40। कट करके लिए तो 1:2, 1:4, 1:6, 1:8 एवें हो रहे। हुण शुरुआत देखो की है 1:2, यानी जेड़ा परिवर्तनशील साधन है ਉਹ ਸਥਿਰ ਸਾਧਨ ਦਾ ਦੁੱਗਣਾ ਹੈ। यानी स्थिर साधन कितना 1 ਤੇ परिवर्तन कितना 2। ਉਸ ਬਾਅਦ ਕੀ ਹੋ ਗਿਆ, परिवर्तनशील साधन स्थिर साधन ਦਾ 4 गुना हो गया, फिर 6 गुना हो गया, फिर 8 गुना हो गया। यानी ਜਿਹੜਾ ਇਹ अनुपात है ਕੀ ਹੋਏਗਾ, घटदा ਵੱਧਦਾ ਰਹੇਗਾ। यानी ਕਦੇ ਕੀ ਹੋਏਗਾ, स्थिर साधन ਘੱਟ अनुपात ਵਿੱਚ ਹੋਏਗਾ, ਕਦੇ ਕੀ ਹੋਏਗਾ परिवर्तनशील साधन ਘੱਟ अनुपात ਚ ਹੋਏਗਾ। ਤੇ ਜਿਹੜਾ अनुपात ਹੈ ਨਾ, ਜਿਹੜਾ स्थिर साधन ਤੇ परिवर्तनशील साधन ਦਾ ਹੈ, ਉਹ अनुपात ਕੀ ਹੈ, परिवर्तनशील है, बदलदा ਰਹਿੰਦਾ ਹੈ। बदलदा ਰਹਿੰਦਾ मतलब ਕਦੇ ਘਟ ਜਾਂਦਾ ਹੈ ਤੇ ਕਦੇ ਵੱਧ ਜਾਂਦਾ ਹੈ। ਤਾਂ ਆਪਾਂ ਬਦਲਾਵ ਤਾਂ ਐਵੇਂ ਕਹਿੰਦੇ ਆ, ਕਦੇ ਕੋਈ ਚੀਜ਼ ਘਟ ਗਈ, ਕਦੇ ਕੋਈ ਚੀਜ਼ ਵੱਧ ਗਈ, ਤਾਂ ਆਪਾਂ ਇਹਨੂੰ ਘਟਦੇ ਵੱਧਦੇ अनुपात ਦਾ ਨਿਯਮ ਜਿਹੜਾ ਹੈ ਉਹ ਵੀ ਕਹਿੰਦੇ ਆ। ਗੱਲ ਕਲੀਅਰ ਹੋ ਗਈ। ਤਾਂ ਇਹ ਜਿਹੜੀ ਬਣੇਗੀ ਇਹ ਆਪਣੇ ਅਲਪਕਾਲ ਦੇ ਉਤਪਾਦਨ ਫਲਨ ਦੀ ਵਕਰ ਬਣੇਗੀ। ਇਹ ਸੀ ਅਲਪਕਾਲ ਦੀ। ਦੀਰਘਕਾਲ ਦੀ ਕੀ ਵਕਰ ਕਿਵੇਂ ਬਣੇਗੀ ਉਹ ਆਪਾਂ ਆਪਣੇ ਅਗਲੇ ਲੈਕਚਰ ਡਿਸਕਸ ਕਰਾਂਗੇ। ਤਾਂ ਮਿਲਦੇ ਆ ਆਪਣੇ ਅਗਲੇ ਲੈਕਚਰ ਦੇ ਵਿੱਚ। ਟਿਲ ਦੈਨ ਇਟਸ ਗੁੱਡ ਬਾਏ ਫਰਮ ਮਾਈ ਸਾਈਡ। ਥੈਂਕ ਯੂ ਵੈਰੀ ਮਚ।